ओम शांति। ਅੱਜ ਬਾਬਾ ਦੇ 17/3/2021 ਦੇ ਮਹਾਵਚਨ ਬਾਬਾ ਨੇ ਆਪਣੇ ਪਿਆਰੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਗਿਆਨ ਸਾਗਰ ਬਾਪ ਦੁਆਰਾ ਤੁਸੀਂ ਮਾਸਟਰ ਗਿਆਨ ਸਾਗਰ ਬਣੇ ਹੋ। ਤੁਹਾਨੂੰ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ, ਇਸ ਲਈ ਤੁਸੀਂ ਹੋ ਤ੍ਰਿਨੇਤਰੀ, ਤ੍ਰਿਕਾਲਦਰਸ਼ੀ ਅਤੇ ਤਰਲੋਕੀਨਾਥ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਵਿਸ਼ਵ ਦੀ ਰੂਹਾਨੀ ਸੇਵਾ ਵਿੱਚ ਤੁਹਾਡੇ ਬੱਚਿਆਂ ਦੇ ਸਿਵਾਏ ਕੋਈ ਨਹੀਂ ਕਰ ਸਕਦਾ, ਕਿਉਂ? ਉੱਤਰ ਹੈ, ਕਿਉਂਕਿ ਤੁਸੀਂ ਹੀ ਸੁਪਰੀਮ ਰੂਹ ਮਾਨਾ ਸ਼ਿਵ ਬਾਬਾ ਦੀ ਤੁਹਾਨੂੰ ਸ਼ਕਤੀ ਮਿਲਦੀ ਹੈ। ਪਹਿਲਾਂ ਤੁਹਾਨੂੰ ਆਤਮਾਵਾਂ ਨੂੰ ਸ਼ਿਵ ਬਾਬਾ ਦੁਆਰਾ ਗਿਆਨ ਦਾ ਇੰਜੈਕਸ਼ਨ ਲੱਗਦਾ ਹੈ, ਜਿਸ ਨਾਲ ਤੁਸੀਂ 5 ਵਿਕਾਰਾਂ ਉੱਤੇ ਖੁਦ ਹੀ ਵਿਜੇ ਪ੍ਰਾਪਤ ਕਰਦੇ ਅਤੇ ਦੂਸਰਿਆਂ ਨੂੰ ਵੀ ਕਰਾਉਂਦੇ ਹੋ। ਇਸ ਤਰ੍ਹਾਂ ਦੀ ਸੇਵਾ ਹੋਰ ਕੋਈ ਵੀ ਨਹੀਂ ਕਰ ਸਕਦਾ। ਕਲਪ ਕਲਪ ਤੁਸੀਂ ਬੱਚੇ ਹੀ ਇਹ ਰੂਹਾਨੀ ਸੇਵਾ ਕਰਦੇ ਹੋ। ਓਮ ਸ਼ਾਂਤੀ। ਬਾਪ ਦੀ ਯਾਦ ਵਿੱਚ ਬੈਠਣਾ ਹੈ ਅਤੇ ਕੋਈ ਵੀ ਦੇਹਧਾਰੀ ਦੀ ਯਾਦ ਵਿੱਚ ਹੋਰ ਨਹੀਂ ਬੈਠਣਾ ਹੈ। ਨਵੇਂ ਜੋ ਆਉਂਦੇ ਹਨ, ਬਾਪ ਨੂੰ ਤਾਂ ਜਾਣਦੇ ਹੀ ਨਹੀਂ। ਉਹਨਾਂ ਦਾ ਨਾਮ ਤਾਂ ਬੜਾ ਸਹਿਜ ਹੈ, ਸ਼ਿਵ ਬਾਬਾ। ਬਾਪ ਨੂੰ ਬੱਚੇ ਨਹੀਂ ਜਾਣਦੇ, ਕਿੰਨਾ ਵੰਡਰ ਹੈ। ਸ਼ਿਵ ਬਾਬਾ ਉੱਚੇ ਤੇ ਉੱਚਾ ਸਰਵ ਦਾ ਸਦਗਤੀ ਦਾਤਾ ਹੈ। ਸਰਵ ਪਤਿਤਾਂ ਨੂੰ ਪਾਵਨ ਕਰਤਾ, ਸਾਰਿਆਂ ਦਾ ਦੁੱਖ ਹਰਤਾ ਵੀ ਕਹਿੰਦੇ ਹਨ, ਪਰੰਤੂ ਉਹ ਕੌਣ ਹੈ ਇਹ ਕੋਈ ਨਹੀਂ ਜਾਣਦੇ, ਸਿਵਾਏ ਤੁਹਾਡੇ ਬ੍ਰਹਮਾ ਕੁਮਾਰ ਕੁਮਾਰੀਆਂ ਦੇ। ਤੁਸੀਂ ਹੋ ਉਹਨਾਂ ਦੇ ਪੋਤਰੇ ਪੋਤਰੀਆਂ, ਸੋ ਤਾਂ ਜ਼ਰੂਰ ਆਪਣੇ ਬਾਪ ਅਤੇ ਉਹਨਾਂ ਦੀ ਰਚਨਾ ਦੇ ਆਦਿ ਮੱਧ ਅੰਤ ਨੂੰ ਜਾਣੋਗੇ। ਬਾਪ ਦੁਆਰਾ ਬੱਚੇ ਹੀ ਸਭ ਕੁਝ ਜਾਣ ਜਾਂਦੇ ਹਨ। ਇਹ ਹੈ ਹੀ ਪਤਿਤ ਦੁਨੀਆ। ਸਰਵ ਕਲਯੁਗੀ ਪਤਿਤਾਂ ਨੂੰ ਸੰਗਮ ਯੁਗੀ ਪਾਵਨ ਕੈਸੇ ਬਣਾਉਂਦੇ ਹੋ, ਸੋ ਤਾਂ ਬੀਕੇ ਦੇ ਸਿਵਾਏ ਦੁਨੀਆ ਵਿੱਚ ਕੋਈ ਵੀ ਨਹੀਂ ਜਾਣਦੇ। ਕਲਯੁਗੀ ਦੁਰਗਤੀ ਨੂੰ ਕੱਢਣ ਵਾਲਾ ਸਤਯੁਗ ਵਿੱਚ ਲੈ ਜਾਣ ਵਾਲਾ ਇੱਕ ਬਾਪ ਹੀ ਹੈ। ਸ਼ਿਵ ਜਯੰਤੀ ਵੀ ਭਾਰਤ ਵਿੱਚ ਹੀ ਹੁੰਦੀ ਹੈ। ਜ਼ਰੂਰ ਉਹ ਆਉਂਦੇ ਹਨ ਤਾਂ ਭਾਰਤ ਨੂੰ ਕੀ ਆ ਕੇ ਦਿੰਦੇ ਹਨ, ਇਹ ਤਾਂ ਭਾਰਤ ਵਾਸੀ ਜਾਣਦੇ ਨਹੀਂ। ਹਰ ਸਾਲ ਸ਼ਿਵ ਜਯੰਤੀ ਮਨਾਉਂਦੇ ਹਨ, ਪਰੰਤੂ ਗਿਆਨ ਦਾ ਤੀਸਰਾ ਨੇਤਰ ਨਹੀਂ ਹੈ, ਤਾਂ ਇਸ ਲਈ ਬਾਪ ਨੂੰ ਜਾਣਦੇ ਹੀ ਨਹੀਂ। ਗੀਤ ਹੈ, ਨਾਇਨਹੀਨ ਕੋ ਰਾਹ ਦਿਖਾਓ ਪ੍ਰਭੂ, ਪਗ ਪਗ ਠੋਕਰ ਖਾਊਂ ਮੈਂ। ਹੁਣ ਬਾਬਾ ਨੇ ਮੁਰਲੀ ਦੇ ਆਧਾਰ 'ਤੇ ਹੀ ਦੱਸਿਆ ਕਿ ਇਹ ਮਨੁੱਖਾਂ ਦਾ ਬਣਾਇਆ ਹੋਇਆ ਗੀਤ ਹੈ, ਜੋ ਵੀ ਬਣਾਇਆ ਕਿ ਅਸੀਂ ਨੈਣਹੀਨ ਹਾਂ। ਇਹ ਸਥੂਲ ਨੇਤਰ ਤਾਂ ਸਾਰਿਆਂ ਦੇ ਹਨ, ਪਰੰਤੂ ਆਪਣੇ ਨੂੰ ਨੈਣਹੀਨ ਕਿਉਂ ਕਹਿੰਦੇ ਹਨ? ਹੁਣ ਬਾਪ ਬੈਠ ਸਮਝਾਉਂਦੇ ਹਨ ਕਿ ਗਿਆਨ ਦਾ ਤੀਸਰਾ ਨੇਤਰ ਕੋਈ ਦੇ ਕੋਲ ਵੀ ਨਹੀਂ ਹੈ। ਬਾਪ ਨੂੰ ਨਹੀਂ ਜਾਣਨਾ, ਇਹ ਤਾਂ ਅਗਿਆਨ ਹੋਇਆ ਨਾ। ਬਾਪ ਨੂੰ ਬਾਪ ਦੁਆਰਾ ਜਾਣਨਾ, ਇਸ ਨੂੰ ਕਿਹਾ ਜਾਂਦਾ ਗਿਆਨ। ਬਾਬਾ ਗਿਆਨ ਦਾ ਤੀਸਰਾ ਨੇਤਰ ਦਿੰਦੇ ਹਨ, ਜਿਸ ਨਾਲ ਤੁਸੀਂ ਸਾਰੀ ਰਚਨਾ ਦੇ ਆਦਿ ਮੱਧ ਅੰਤ ਨੂੰ ਜਾਣਦੇ ਹੋ। ਗਿਆਨ ਸਾਗਰ ਦੇ ਬੱਚੇ, ਤੁਸੀਂ ਮਾਸਟਰ ਗਿਆਨ ਸਾਗਰ ਬਣ ਜਾਂਦੇ ਹੋ। ਤੀਸਰਾ ਨੇਤਰ ਮਾਨਾ ਹੀ ਤ੍ਰਿਨੇਤਰੀ, ਤ੍ਰਿਕਾਲਦਰਸ਼ੀ, ਤਰਲੋਕੀਨਾਥ ਬਣ ਜਾਂਦੇ ਹੋ। ਭਾਰਤ ਵਾਸੀ ਇਹ ਨਹੀਂ ਜਾਣਦੇ ਕਿ ਲਕਸ਼ਮੀ ਨਾਰਾਇਣ ਜੋ ਸਵਰਗ ਦੇ ਮਾਲਿਕ ਸੀ, ਇਹਨਾਂ ਨੂੰ ਇਹ ਵਰਸਾ ਕਿਵੇਂ ਮਿਲਿਆ? ਹੁਣ ਇਹ ਕਿੱਥੋਂ ਆਏ? ਬਾਬਾ ਕਹਿੰਦੇ ਉਹ ਕਿੱਥੋਂ ਆਏ ਅਤੇ ਕਿੱਥੇ ਗਏ, ਫਿਰ ਕਿਵੇਂ ਰਾਜ ਲੈਤਾ, ਕੁਝ ਵੀ ਨਹੀਂ ਜਾਣਦੇ। ਇਹ ਦੇਵਤੇ ਤਾਂ ਪਾਵਨ ਹੁੰਦੇ ਹਨ ਨਾ, ਤਾਂ ਪਾਵਨ ਤਾਂ ਜ਼ਰੂਰ ਬਾਪ ਹੀ ਬਣਾਉਣਗੇ। ਤੁਸੀਂ ਭਾਰਤ ਵਾਸੀਆਂ ਨੂੰ
ਬਾਪ ਬੈਠ ਸਮਝਾਉਂਦੇ ਹਨ। ਜੋ ਦੇਵਤਿਆਂ ਨੂੰ ਸ਼ਿਵ ਨੂੰ ਮੰਨਦੇ ਹਨ, ਸ਼ਿਵ ਦਾ ਜਨਮ ਵੀ ਭਾਰਤ ਵਿੱਚ ਹੀ ਹੁੰਦਾ ਹੈ। ਉੱਚੇ ਤੇ ਉੱਚਾ ਭਗਵਾਨ ਸ਼ਿਵ ਜਯੰਤੀ ਵੀ ਇੱਥੇ ਮਨਾਉਂਦੇ ਹਨ। ਜਗਤੰਬਾ, ਜਗਤ ਪਿਤਾ ਬ੍ਰਹਮਾ ਅਤੇ ਸਰਸਵਤੀ ਦਾ ਨਾਮ ਵੀ ਇੱਥੇ ਹੀ ਹੈ। ਭਾਰਤ ਵਿੱਚ ਹੀ, ਬਾਬਾ ਕਹਿ ਰਹੇ, ਭਾਰਤ ਵਿੱਚ ਹੀ ਮਨਾਉਂਦੇ ਹਨ। ਅੱਛਾ, ਲਕਸ਼ਮੀ ਨਾਰਾਇਣ ਦਾ ਜਨਮ ਵੀ ਇੱਥੇ ਹੀ ਹੁੰਦਾ ਹੈ। ਉਹੀ ਬਚਪਨ ਦੇ ਵਿੱਚ ਰਾਧਾ ਕ੍ਰਿਸ਼ਨ ਹਨ। ਇਹ ਵੀ ਭਾਰਤ ਵਾਸੀ ਨਹੀਂ ਜਾਣਦੇ। ਕਹਿੰਦੇ ਹਨ ਪਤਿਤ ਪਾਵਨ ਆਓ, ਤਾਂ ਜ਼ਰੂਰ ਸਭ ਪਤਿਤ ਹਨ ਨਾ। ਸਾਧੂ ਸੰਤ ਰਿਸ਼ੀ ਮੁਨੀ ਆਦਿ ਸਭ ਪੁਕਾਰਦੇ ਹਨ ਕਿ ਆ ਕੇ ਸਾਨੂੰ ਪਾਵਨ ਬਣਾਓ। ਦੂਸਰੇ ਤਰਫ ਕੁੰਭ ਦੇ ਮੇਲੇ ਆਦਿ ਵਿੱਚ ਜਾਂਦੇ ਪਾਪ ਧੋਣ ਦੇ ਲਈ। ਸਮਝਦੇ ਹਨ ਗੰਗਾ ਪਤਿਤ ਪਾਵਨੀ ਹੈ। ਪੁਕਾਰਦੇ ਹਨ ਪਤਿਤ ਪਾਵਨ ਆਓ, ਤਾਂ ਮਨੁੱਖ ਕਿਸ ਨੂੰ ਪਾਵਨ ਬਣਾ ਸਕਦੇ ਹਨ? ਬਾਬਾ ਪੁੱਛ ਰਹੇ। ਬਾਪ ਸਮਝਾਉਂਦੇ ਹਨ ਤੁਸੀਂ ਪਹਿਲਾਂ ਦੇਵੀ ਦੇਵਤਾ ਧਰਮ ਦੇ ਸੀ ਤਾਂ ਸਾਰੇ ਪਾਵਨ ਸੀ, ਹੁਣ ਪਤਿਤ ਹੋ। ਕਹਿੰਦੇ ਹਨ ਰਾਹ ਦੱਸੋ ਪ੍ਰਭੂ, ਪ੍ਰਭੂ ਰਾਹ ਬਤਾਓ। ਪਗ ਪਗ ਠੋਕਰ ਖਾਉ ਮੈਂ, ਤਾਂ ਕਿੱਥੋਂ ਦੀ ਰਾਹ? ਕਹਿੰਦੇ ਹਨ ਬਾਬਾ ਜੀਵਨ ਮੁਕਤੀ ਦੀ ਰਾਹ ਦੱਸੋ। ਸਾਡੇ ਵਿੱਚ 5 ਵਿਕਾਰ ਹਨ। ਬਾਬਾ ਅਸੀਂ ਸਵਰਗ ਵਿੱਚ ਸੀ ਤਾਂ ਨਿਰਵਿਕਾਰੀ ਸੀ, ਹੁਣ ਵਿਕਾਰੀ ਪਤਿਤ ਬਣ ਗਏ, ਤਾਂ ਇਸ ਦਾ ਕੁਝ ਰਾਜ ਤਾਂ ਸਮਝਾਓ। ਇਹ ਕੋਈ ਦੰਤ ਕਥਾਵਾਂ ਨਹੀਂ ਹਨ। ਬਾਬਾ ਸਮਝਾਉਂਦੇ ਹਨ ਸ਼੍ਰੀਮਦ ਭਗਵਤ ਗੀਤਾ ਅਥਵਾ ਪਰਮਾਤਮਾ ਦੀ ਸੁਣਾਈ ਹੋਈ ਗੀਤਾ ਹੈ। ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਨਿਰਾਕਾਰ ਭਗਵਾਨ ਇੱਕ ਹੈ। ਮਨੁੱਖ ਨੂੰ ਭਗਵਾਨ ਨਹੀਂ ਕਹਿ ਸਕਦੇ। ਬਾਪ ਕਹਿੰਦੇ ਹਨ ਇੰਨੇ ਵੱਡੇ ਵੱਡੇ ਗੁਰੂ ਹੁੰਦੇ ਵੀ ਭਾਰਤ ਇੰਨਾ ਪਤਿਤ ਕੌਡੀ ਤੁੱਲਿਆ ਕਿਉਂ ਬਣ ਗਿਆ ਹੈ? ਕੱਲ੍ਹ ਦੀ ਗੱਲ ਹੈ ਕਿ ਭਾਰਤ ਸਵਰਗ ਸੀ। ਬਾਬਾ ਨੇ ਭਾਰਤ ਨੂੰ ਸਵਰਗ ਦੀ ਸੌਗਾਤ ਦਿੱਤੀ ਸੀ। ਭਾਰਤ ਵਾਸੀ ਪਤਿਤਾਂ ਨੂੰ ਆ ਕੇ ਰਾਜਯੋਗ ਸਿਖਾ ਕੇ ਪਾਵਨ ਬਣਾਇਆ ਸੀ। ਹੁਣ ਫਿਰ ਬਾਪ ਬੱਚਿਆਂ ਦੇ ਕੋਲ ਆਇਆ ਹੈ ਸੇਵਾਧਾਰੀ ਬਣ ਕੇ। ਬਾਪ ਹੈ ਰੂਹਾਨੀ ਸੇਵਾਧਾਰੀ। ਅੱਗੇ ਬਾਬਾ ਕਹਿ ਰਹੇ ਕਿ ਤੁਸੀਂ ਭਾਰਤ ਵਾਸੀਆਂ ਦੇ ਕੋਲ ਸ਼ਿਵ ਬਾਬਾ ਆ ਕੇ ਸਰੀਰ ਧਾਰਨ ਕਰਦੇ ਹਨ, ਜਿਸ ਨੂੰ ਭਾਗੀਰਥ ਵੀ ਕਹਿੰਦੇ ਹਨ। ਬ੍ਰਹਮਾ ਬਾਬਾ ਨੂੰ ਕੀ ਕਿਹਾ ਜਾਂਦਾ? ਭਾਗੀਰਥ। ਮੰਦਿਰਾਂ ਵਿੱਚ ਸ਼ੰਕਰ ਦਾ ਚਿੱਤਰ ਦਿਖਾਉਂਦੇ ਹਨ ਕਿਉਂਕਿ ਉਹ ਸ਼ਿਵ ਸ਼ੰਕਰ ਇਕੱਠਾ ਸਮਝ ਲੈਂਦੇ ਹਨ। ਇਹ ਨਹੀਂ ਸਮਝਦੇ ਕਿ ਸ਼ਿਵ ਤਾਂ ਨਿਰਾਕਾਰ ਹੈ, ਸ਼ੰਕਰ ਤਾਂ ਆਕਾਰੀ ਹੈ। ਸ਼ਿਵ ਸ਼ੰਕਰ ਇਕੱਠਾ ਕਿਵੇਂ ਹੋ ਸਕਦਾ ਹੈ? ਅੱਛਾ, ਫਿਰ ਬੈਲ 'ਤੇ ਸਵਾਰੀ ਕੌਣ ਕਰਦੇ ਹਨ, ਸ਼ਿਵ ਜਾਂ ਸ਼ੰਕਰ? ਸੂਖਸ਼ਮ ਵਤਨ ਵਿੱਚ ਬੈਲ ਕਿੱਥੋਂ ਆਇਆ? ਸ਼ਿਵ ਰਹਿੰਦਾ ਹੈ ਮੂਲ ਵਤਨ ਵਿੱਚ, ਸ਼ੰਕਰ ਸੂਖਸ਼ਮ ਵਤਨ ਵਿੱਚ। ਮੂਲ ਵਤਨ ਵਿੱਚ ਸਾਰੀਆਂ ਆਤਮਾਵਾਂ ਹਨ। ਸੂਲ ਵਤਨ ਵਿੱਚ ਸਿਰਫ ਬ੍ਰਹਮਾ ਵਿਸ਼ਨੂੰ ਸ਼ੰਕਰ ਹਨ। ਉੱਥੇ ਜਾਨਵਰ ਤਾਂ ਹੁੰਦੇ ਹੀ ਨਹੀਂ। ਬਾਪ ਕਹਿੰਦੇ ਹਨ ਮੈਂ ਸਧਾਰਨ ਬੁੱਢੇ ਤਨ ਵਿੱਚ ਪ੍ਰਵੇਸ਼ ਕਰਕੇ ਤੁਹਾਨੂੰ ਸਮਝਾਉਂਦਾ ਹਾਂ। ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਸਤਯੁਗ ਤੋਂ ਲੈ ਕੇ ਤੁਸੀਂ ਕਿੰਨੇ ਜਨਮ ਲੈਤੇ? 84। ਇਹ ਵੀ ਅੰਤਿਮ ਜਨਮ ਹੈ ਨਾ। ਗਿਆਨ ਦਾ ਸਾਗਰ ਪਤਿਤ ਪਾਵਨ ਇੱਕ ਬਾਪ ਹੀ ਹੈ। ਬਾਪ ਹੀ ਸਮਝਾ ਸਕਦੇ ਹਨ। ਬਾਪ ਤੋਂ ਹੀ ਵਰਸਾ ਮਿਲਦਾ ਹੈ ਜੋ ਤੁਸੀਂ ਲੈ ਰਹੇ ਹੋ। ਤੁਸੀਂ ਹੀ ਸਿਰਫ ਸਦਗਤੀ ਦੀ ਤਰਫ ਜਾ ਰਹੇ ਹੋ। ਹੁਣ ਤਾਂ ਸੰਗਮ ਯੁੱਗ 'ਤੇ ਹੋ, ਉਹ ਕਲਯੁਗ ਵਿੱਚ ਹਨ। ਹੁਣ ਹੈ ਕਲਯੁਗ ਦਾ ਅੰਤ। ਮਹਾਭਾਰਤ ਲੜਾਈ ਵੀ ਸਾਹਮਣੇ ਖੜੀ ਹੈ। 5000 ਸਾਲ ਪਹਿਲਾਂ ਵੀ ਤੁਸੀਂ ਰਾਜਯੋਗ ਸਿੱਖਦੇ ਸੀ ਤਾਂ ਭੰਬੋਰ ਨੂੰ ਅੱਗ ਲੱਗੀ ਸੀ। ਤੁਸੀਂ ਰਾਜਯੋਗ ਸਿੱਖ ਰਹੇ ਹੋ ਲਕਸ਼ਮੀ ਨਾਰਾਇਣ ਬਣਨ ਦੇ ਲਈ। ਬਾਕੀ ਤਾਂ ਭਗਤੀ ਮਾਰਗ ਹੈ। ਬਾਪ ਜਦੋਂ ਆਉਂਦੇ ਹਨ ਤਾਂ ਆ ਕੇ ਸਵਰਗ ਦਾ ਦੁਆਰ ਖੋਲ੍ਹਦੇ ਹਨ। ਬਾਬਾ ਕਹਿੰਦੇ ਹਨ ਇਹ ਸ਼ਿਵ ਸ਼ਕਤੀ ਭਾਰਤ ਮਾਤਾਵਾਂ
ਭਾਰਤ ਨੂੰ ਸਵਰਗ ਬਣਾਉਂਦੀਆਂ ਹਨ ਸ਼੍ਰੀਮਤ 'ਤੇ। ਤੁਸੀਂ ਹੋ ਸ਼ਿਵ ਸ਼ਕਤੀ ਭਾਰਤ ਮਾਤਾਵਾਂ ਜੋ ਭਾਰਤ ਨੂੰ ਸਵਰਗ ਬਣਾਉਂਦੀਆਂ ਹੋ। ਤੁਸੀਂ ਹੋ ਹੀ ਸ਼ਿਵ ਦੀ ਔਲਾਦ। ਉਹਨਾਂ ਨੇ ਭਾਰਤ ਦੀ ਰੂਹਾਨੀ ਸੇਵਾ ਕੀਤੀ ਸੀ। ਉਹ ਸੋਸ਼ਲ ਵਰਕਰਸ ਤਾਂ ਕਰਦੇ ਹਨ। ਬਾਬਾ ਕਹਿ ਰਹੇ ਕਿ ਉਹ ਸੋਸ਼ਲ ਵਰਕਰ ਤਾਂ ਕਰਦੇ ਹਨ ਜਿਸਮਾਨੀ ਸੇਵਾ, ਔਰ ਇਹ ਹੈ ਰੂਹਾਨੀ ਸੇਵਾ। ਸੁਪਰੀਮ ਰੂਹ ਆਕਰ ਆਤਮਾ ਨੂੰ ਇੰਜੈਕਸ਼ਨ ਲਗਾਉਂਦੇ ਹਨ, ਪੜ੍ਹਾਉਂਦੇ ਹਨ। ਆਤਮਾ ਸੁਣਦੀ ਹੈ। ਤੁਸੀਂ ਆਤਮਾਵਾਂ ਹੋ, 84 ਜਨਮ ਲੈਂਦੇ ਹੋ, ਇੱਕ ਸਰੀਰ ਛੱਡ ਕੇ ਦੂਸਰਾ ਲੈਂਦੇ ਹੋ। ਅਗਲੀ ਪੁਆਇੰਟ ਵਿੱਚ ਬਾਬਾ ਦੱਸ ਰਹੇ ਕਿ ਤੁਹਾਨੂੰ ਗਿਆਨ ਦਾ ਤੀਸਰਾ ਨੇਤਰ ਦੇ ਰਹੇ ਹਨ ਬਾਪ, ਜਿਸ ਨਾਲ ਤੁਸੀਂ ਸਾਰੇ ਡਰਾਮਾ ਨੂੰ, ਸ਼ਿਵ ਬਾਬਾ ਦਾ ਕੀ ਪਾਰਟ ਵੱਜਦਾ ਹੈ, ਉਹ ਸਭ ਜਾਣਦੇ ਹੋ। ਬ੍ਰਹਮਾ ਵਿਸ਼ਨੂੰ ਦਾ ਆਪਸ ਵਿੱਚ ਕੀ ਸੰਬੰਧ ਹੈ, ਇਹ ਵੀ ਜਾਣਦੇ ਹੋ। ਬਾਬਾ ਕਹਿ ਰਹੇ ਉਹਨਾਂ ਨੇ ਤਾਂ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ ਦਿਖਾਇਆ। ਬ੍ਰਹਮਾ ਹੀ ਜਾ ਕੇ ਵਿਸ਼ਨੂੰ ਬਣਦੇ, ਵਿਸ਼ਨੂੰ ਹੀ ਸੋ ਦੇਵਤਾ। तो ब्राह्मण सो फिर देवता। विष्णु तो ब्रह्मा बनन विच 5000 साल लगे। ये तुहानू ज्ञान है। तुहाडी ब्राह्मणा दी नाभि कमल तो विष्णुपुरी प्रगट हो रही है। उन्होंने चित्र बना दिता, फिर सारे वेद शास्त्रां दा ज्ञान सुनाया। हुण ब्रह्मा द्वारा तुहानू ज्ञान सुना रहे हैं। फिर बाबा ने कहा कि बाप नू कहा जांदा सुख ਦਾ ਸਾਗਰ, ਸ਼ਾਂਤੀ ਦਾ ਸਾਗਰ, ਪਤਿਤ ਪਾਵਨ ਸ਼ਿਵ ਬਾਬਾ ਹੈ। ਉਸ ਨੇ ਭਾਰਤ ਨੂੰ ਬੈਠ ਕੇ ਸਵਰਗ ਬਣਾਇਆ। ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਦੇ ਲਈ ਮੁੱਖ ਸਾਰ ਹੈ। ਪਹਿਲਾ ਹੈ ਬਾਪ ਦੀ ਸ਼੍ਰੀਮਤ ਤੇ ਭਾਰਤ ਦੀ ਸੱਚੀ ਸੱਚੀ ਰੂਹਾਨੀ ਸੇਵਾ ਕਰਨੀ ਹੈ। ਸਰਵ ਸ਼ਕਤੀਵਾਨ ਬਾਪ ਤੋਂ ਸ਼ਕਤੀ ਲੈ ਕੇ 5 ਵਿਕਾਰਾਂ ਰੂਪੀ ਸ਼ਤਰੂਆਂ ਤੇ ਵਿਜੇ ਪ੍ਰਾਪਤ ਕਰਨੀ ਹੈ। ਦੂਸਰਾ, ਮਨੁੱਖ ਤੋਂ ਦੇਵਤਾ ਬਣਨ ਦੇ ਲਈ ਪਵਿੱਤਰ ਜ਼ਰੂਰ ਬਣਨਾ ਹੈ। ਨੌਲੇਜ ਨੂੰ ਧਾਰਨ ਕਰ ਕੰਡਿਆਂ ਤੋਂ ਫੁੱਲ ਬਣਨਾ ਅਤੇ ਹੋਰਾਂ ਨੂੰ ਬਣਾਉਣਾ ਹੈ। वरदान है श्रीमत द्वारा सदा खुशी ਅਤੇ ਹਲਕੇਪਨ ਦਾ ਅਨੁਭਵ ਕਰਨ ਵਾਲੇ ਮਨਮਤ ਅਤੇ ਪਰਮਤ ਤੋਂ ਮੁਕਤ ਭਵ। ਵਿਸਤਾਰ ਹੈ ਜਿਨ੍ਹਾਂ ਬੱਚਿਆਂ ਦਾ ਹਰ ਕਦਮ ਸ਼੍ਰੀਮਤ ਪ੍ਰਮਾਣ ਹੈ, ਉਹਨਾਂ ਦਾ ਮਨ ਸਦਾ ਸੰਤੁਸ਼ਟ ਹੋਵੇਗਾ। ਮਨ ਵਿੱਚ ਕਿਸੇ ਵੀ ਪ੍ਰਕਾਰ ਦੀ ਹਲਚਲ ਨਹੀਂ ਹੋਵੇਗੀ। ਸ਼੍ਰੀਮਤ ਤੇ ਚੱਲਣ ਨਾਲ ਨੈਚੁਰਲ ਖੁਸ਼ੀ ਰਵੇਗੀ, ਹਲਕੇਪਣ ਦਾ ਅਨੁਭਵ ਹੋਵੇਗਾ। ਇਸ ਲਈ ਜਦੋਂ ਵੀ ਮਨ ਵਿੱਚ ਹਲਚਲ ਹੋਵੇ, ਜਰਾ ਜਿਹੀ ਵੀ ਖੁਸ਼ੀ ਦੀ ਪਰਸੈਂਟੇਜ ਘੱਟ ਹੋ ਜਾਵੇ ਤਾਂ ਜਾਂਚ ਕਰੋ, ਜ਼ਰੂਰ ਸ਼੍ਰੀਮਤ ਦੀ ਅਵਗਿਆ ਹੋਈ ਹੈ, ਮਨਾ ਕੋਈ ਭੁੱਲ ਹੋਈ ਹੈ। ਇਸ ਲਈ ਸੂਖਸ਼ਮ ਚੈਕਿੰਗ ਕਰ ਮਨਮਤ ਜਾਂ ਪਰਮਤ ਤੋਂ स्वयं ਨੂੰ ਮੁਕਤ ਕਰ ਲਵੋ। ਵਰਦਾਨ ਸਲੋਗਨ ਹੈ ਬੁੱਧੀ ਰੂਪੀ ਵਿਮਾਨ ਦੁਆਰਾ ਵਤਨ ਵਿੱਚ ਪਹੁੰਚ ਕੇ ਗਿਆਨ ਸੂਰਯ ਦੀ ਕਿਰਨਾਂ ਦਾ ਅਨੁਭਵ ਕਰਨਾ ਹੀ ਸ਼ਕਤੀਸ਼ਾਲੀ ਯੋਗ ਹੈ। ਅੱਛਾ, ਓਮ ਸ਼ਾਂਤੀ।